ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਸਫਲਤਾ ਅਸਫਲਤਾ ਦੀ ਲੁਕਣ ਮੀਚੀ। ਕਿਸੇ ਨੂੰ ਵੀ ਜੀਵਨ ਦੀ ਹਰ ਸਥਿਤੀ ਵਿੱਚ ਸਫਲ ਹੋਣ ਦਾ ਅਵਸਰ ਨਹੀਂ ਮਿਲਦਾ। ਇਹ ਵੀ ਸੰਭਵ ਨਹੀਂ ਕਿ ਕੋਈ ਹਰ ਥਾਂ ਕੇਵਲ ਅਸਫਲ ਹੀ ਹੋਵੇ। ਅਸਫਲਤਾ ਉਦੋਂ ਮਾਰੂ ਅਤੇ ਹਾਨੀਕਾਰਕ ਸਾਬਤ ਹੁੰਦੀ ਹੈ ਜਦੋਂ ਅਸਫਲ ਵਿਅਕਤੀ ਅਗਲੇਰਾ ਯਤਨ ਤਿਆਗ ਦਿੰਦਾ ਹੈ। ਅਕਸਰ ਵੇਖਿਆ ਗਿਆ ਹੈ ਕਿ ਜੇ ਸਿਰ 'ਤੇ ਬੋਝ ਬਹੁਤ ਵਧੇਰੇ ਚੁੱਕਿਆ ਹੋਵੇ ਤਾਂ ਕਦਮ ਪਿੱਛੇ ਵੱਲ ਤਿਲਕਦੇ ਹਨ, ਪਰ ਜੇ ਮਨੁੱਖ ਵਿੱਚ ਠੋਕਰ ਖਾਣ ਦਾ ਸਲੀਕਾ ਹੋਵੇ ਤਾਂ ਹਰ ਠੋਕਰ ਉਹਨੂੰ ਅੱਗੇ ਲੈ ਕੇ ਜਾਂਦੀ ਹੈ। ਹਰ ਧੱਕਾ ਸਾਨੂੰ ਅੱਗੇ ਵੱਲ ਧਕੇਲਦਾ ਹੈ। ਅਸਫਲਤਾ ਮਾਨਵ ਜਾਤੀ ਦਾ ਸਾਂਝਾ ਅਤੇ ਸਰਵ-ਵਿਆਪੀ ਅਨੁਭਵ ਹੈ। ਅਸਫਲਤਾਵਾਂ ਰਾਹੀਂ ਕੁਦਰਤ ਤੇ ਸਮਾਜ ਸਾਨੂੰ ਠੋਕ ਵਜਾ ਕੇ ਪੱਕਾ ਕਰਦੇ ਹਨ। ਹਰ ਅਸਫਲਤਾ ਸਾਨੂੰ ਆਪਣੇ ਆਪ ਦਾ ਪੁਨਰ ਮੁਲਾਂਕਣ ਕਰਨ ਲਈ ਮਜਬੂਰ ਕਰਦੀ ਹੈ, ਕਿਉਂਕਿ ਅਸਫਲਤਾ ਜਾਂ ਹਾਰ ਸਾਡੇ ਸਾਹਮਣੇ ਇੱਕ ਸ਼ੀਸ਼ਾ ਲਿਆ ਧਰਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਸਹੀ ਢੰਗ ਨਾਲ ਵੇਖ ਸਕੀਏ। ਅਸਫਲਤਾ ਸਾਡੇ ਹੰਕਾਰ ਤੇ ਘਮੰਡ ਨੂੰ ਤੋੜਦੀ ਹੈ ਅਤੇ ਸਾਡੇ ਵਿੱਚ ਨਿਮਰਤਾ ਤੇ ਸਹਿਨਸ਼ੀਲਤਾ ਦੇ ਗੁਣ ਭਰਦੀ ਹੈ। ਇਹ ਸਾਨੂੰ ਦੂਜਿਆਂ ਦੀ ਹੋਂਦ ਸਵੀਕਾਰ ਕਰਨ ਦਾ ਸਲੀਕਾ ਸਿਖਾਉਂਦੀ ਹੈ। ਅਸਫਲਤਾ ਨਾਲ ਸਾਡੇ ਵਿਹਾਰ ਵਿੱਚ ਲਚਕ ਆਉਂਦੀ ਹੈ। ਜਦੋਂ ਤੱਕ ਕੋਈ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਜਾਂ ਕਿਸੇ ਨਾ ਕਿਸੇ ਖੇਤਰ ਵਿੱਚ ਅਸਫਲ ਨਾ ਹੋਵੇ, ਨਾ ਉਹ ਕਲਾਕਾਰ ਬਣਦਾ ਹੈ, ਨਾ ਹੀ ਸਾਹਿਤਕਾਰ। ਸੰਸਾਰ ਨੂੰ ਸਫਲ ਵਿਅਕਤੀਆਂ ਦੇ ਮੁਕਾਬਲੇ ਅਸਫਲ ਵਿਅਕਤੀਆਂ ਦਾ ਯੋਗਦਾਨ ਵਧੇਰੇ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਵਿਉਂਤ ਕੇ ਅਸਫਲ ਹੋਈਏ, ਸਗੋਂ ਇਹ ਹੈ ਕਿ ਜੇ ਕਿਸੇ ਕਾਰਨ ਅਸੀਂ ਕਿਸੇ ਖੇਤਰ ਵਿੱਚ ਅਸਫਲ ਹੋ ਜਾਈਏ ਤਾਂ ਢੇਰੀ ਢਾਉਣ ਦੀ ਥਾਂ ਮੁੜ ਢੇਰੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਹਰ ਅਸਫਲਤਾ ਸਾਨੂੰ ਕੋਈ ਮੁੱਲਵਾਨ ਸਬਕ ਸਿਖਾ ਕੇ ਸਾਨੂੰ ਸਿਆਣਾ ਬਣਾਉਂਦੀ ਹੈ। ਕਈ ਵਾਰੀ ਕੁਦਰਤ ਨੇ ਸਾਨੂੰ ਕਿਸੇ ਰਸਤੇ ਜਾਂ ਖੇਤਰ ਤੋਂ ਮੋੜਨਾ ਹੁੰਦਾ ਹੈ, ਸੋ ਕੁਦਰਤ ਸਾਨੂੰ ਉਸ ਖੇਤਰ ਵਿੱਚ ਸਫਲ ਨਹੀਂ ਹੋਣ ਦਿੰਦੀ। ਸਾਨੂੰ ਕਿਉਂਕਿ ਅਜੇ ਤੱਕ ਆਪਣੇ ਤਜਰਬੇ ਦਾ ਵਿਸ਼ਲੇਸ਼ਣ ਕਰਨ ਦੀ ਜਾਂਚ ਨਹੀਂ ਆਈ, ਇਸੇ ਕਰਕੇ ਅਸੀਂ ਆਪਣੀਆਂ ਅਸਫਲਤਾਵਾਂ ਤੋਂ ਕੁਝ ਸਿੱਖਣ ਦੀ ਬਜਾਏ ਸ਼ਿਕਾਇਤਾਂ ਵਿੱਚ ਰੁੱਝ ਜਾਂਦੇ ਹਾਂ। ਅਸਫਲਤਾ ਸਾਨੂੰ ਇਸ ਗੱਲ ਦੀ ਸੋਝੀ ਦਿੰਦੀ ਹੈ ਕਿ ਸਾਡੇ ਯਤਨ ਸਹੀ ਨਹੀਂ ਹਨ, ਜਾਂ ਅਸੀਂ ਆਪਣੇ ਨਿਸ਼ਾਨੇ ਨਾਲ ਇਕਸੁਰ ਨਹੀਂ ਹਾਂ, ਜਾਂ ਜਿਸ ਸਫਲਤਾ ਦੀ ਅਸੀਂ ਕਾਮਨਾ ਕੀਤੀ ਹੈ ਅਜੇ ਅਸੀਂ ਉਹਦੇ ਯੋਗ ਨਹੀਂ ਹੋਏ। ਹਰ ਅਸਫਲਤਾ ਦਾ ਕੋਈ ਨਾ ਕੋਈ ਸਪਸ਼ਟ ਤੇ ਨਿਸ਼ਚਿਤ ਕਾਰਨ ਹੁੰਦਾ ਹੈ, ਜਿਸ ਨੂੰ ਜਾਣੇ ਬਿਨਾਂ ਅਗਲੇਰਾ ਵਿਕਾਸ ਸੰਭਵ ਨਹੀਂ ਹੁੰਦਾ। ਪਰਿਵਰਤਨ ਜਾਂ ਵਿਕਾਸ ਦਾ ਰਾਹ ਅਸਫਲਤਾ ਵਿੱਚੋਂ ਲੰਘਦਾ ਹੈ। ਅਸੀਂ ਗਰੀਬੀ ਨੂੰ ਕੋਸਦੇ ਹਾਂ, ਪਰ ਜੀਵਨ ਦਾ ਜਿੰਨਾ ਅਮੀਰ ਅਨੁਭਵ ਗਰੀਬੀ ਤੋਂ ਪ੍ਰਾਪਤ ਹੁੰਦਾ ਹੈ ਉਹਦਾ ਕੋਈ ਹੱਦ ਬੰਨਾ ਨਹੀਂ। ਗਰੀਬੀ ਹੀ ਸਾਨੂੰ ਗਰੀਬੀ ਤੋਂ ਪਾਰ ਜਾਣ ਦਾ ਢੰਗ ਸੁਝਾਉਂਦੀ ਹੈ। ਚਰਿੱਤਰ ਦਾ ਨਿਰਮਾਣ ਅਸਫਲਤਾਵਾਂ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਸ਼ਕਤੀਸ਼ਾਲੀ ਚਰਿੱਤਰ ਅਸਫਲਤਾਵਾਂ ਦੀ ਭੱਠੀ ਵਿੱਚ ਹੀ ਪੱਕਦਾ ਹੈ। ਦਰਿਆ ਦੇ ਰਸਤੇ ਵਿੱਚ ਜਿੰਨੀਆਂ ਵੱਡੀਆਂ ਰੁਕਾਵਟਾਂ ਆਉਣਗੀਆਂ, ਓਨਾ ਹੀ ਉਹਦਾ ਵੇਗ ਸ਼ਕਤੀਸ਼ਾਲੀ ਹੋਏਗਾ। ਜਿੰਨੇ ਕਿਸੇ ਨਾਲ ਵੱਧ ਹਾਦਸੇ ਵਾਪਰਦੇ ਹਨ, ਉਹ ਓਨਾ ਵਧੇਰੇ ਗਿਆਨਵਾਨ ਹੁੰਦਾ ਹੈ। ਪਿਆਰ ਦੇ ਖੇਤਰ ਵਿੱਚ ਸਫਲਤਾ ਨਾਲੋਂ ਅਸਫਲਤਾ ਵਧੇਰੇ ਮੁੱਲਵਾਨ ਅਨੁਭਵ ਹੈ। ਸਫਲਤਾ ਮਨੁੱਖ ਦਾ ਸੁਪਨਾ ਹੈ। ਅਸਫਲਤਾ ਉਸ ਸਾਹਮਣੇ ਉਜਾਗਰ ਹੋਇਆ ਯਥਾਰਥ ਹੈ। ਅਸਫਲਤਾ ਸਾਡੇ ਲਈ ਵਿਰੋਧੀ ਸਥਿਤੀ ਸਿਰਜਦੀ ਹੈ ਅਤੇ ਵਿਰੋਧੀ ਸਥਿਤੀ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਸਿੱਖਦੇ ਹਾਂ। ਸਾਡੇ ਦੁਸ਼ਮਣ ਜਾਂ ਸਾਡੇ ਵਿਰੋਧੀ ਸਾਡੇ ਸਾਹਮਣੇ ਜ਼ਿੰਦਗੀ ਦੇ ਅਨੇਕਾਂ ਉਹ ਪੱਖ ਉਜਾਗਰ ਕਰ ਦਿੰਦੇ ਹਨ ਜਿਹੜੇ ਹੋਰ ਕਿਸੇ ਢੰਗ ਨਾਲ ਸੰਭਵ ਨਹੀਂ ਹੁੰਦੇ। ਇਸ ਪੱਖ ਤੋਂ ਸਾਨੂੰ ਆਪਣੇ ਵਿਰੋਧੀਆਂ ਦਾ ਵੀ ਧੰਨਵਾਦੀ ਹੋਣਾ ਚਾਹੀਦਾ ਹੈ। ਦੁਸ਼ਮਣੀ ਦਾ ਵੀ ਸਲੀਕਾ ਹੋਣਾ ਚਾਹੀਦਾ ਹੈ। ਦੁਸ਼ਮਣੀ ਦੀ ਪੱਧਰ ਜਿੰਨੀ ਉੱਚੀ ਹੋਏਗੀ, ਉਨੀ ਹੀ ਜੀਵਨ ਦੀ ਸਮਝ ਵਧੇਰੇ ਹੋਏਗੀ। ਤੁਹਾਡਾ ਵਿਰੋਧੀ ਖਿਡਾਰੀ ਆਪਣੀ ਚੰਗੀ ਖੇਡ ਨਾਲ ਤੁਹਾਡੀ ਕਾਰਗੁਜ਼ਾਰੀ ਵੀ ਸੁਧਾਰ ਦਿੰਦਾ ਹੈ। ਰਾਮਾਇਣ ਵਿੱਚ ਰਾਮ ਨੂੰ ਸਤਿਕਾਰਯੋਗ ਬਣਾਉਣ ਦਾ ਕਾਰਜ ਰਾਵਣ ਨੇ ਨਿਭਾਇਆ ਹੈ। ਰਾਮਾਇਣ ਵਿੱਚੋਂ ਰਾਵਣ ਨੂੰ ਕੱਢ ਦਿਓ, ਬਾਕੀ ਕੁਝ ਬਚਦਾ ਹੀ ਨਹੀਂ। ਜੇ ਰਾਵਣ ਨਾ ਹੁੰਦਾ ਤਾਂ ਅੱਜ ਕਿਸੇ ਨੂੰ ਰਾਮ ਦਾ ਨਾਂ ਵੀ ਨਾ ਪਤਾ ਹੁੰਦਾ। ਜੇ ਸੁਕਰਾਤ ਦੇ ਵਿਰੋਧੀਆਂ ਨੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਨਾ ਦਿੱਤਾ ਹੁੰਦਾ ਤਾਂ ਸੁਕਰਾਤ ਅਮਰ ਨਾ ਹੋਇਆ ਹੁੰਦਾ। ਜੇ ਬੁੱਧ ਵਿਰੋਧੀ ਪਰਿਸਥਿਤੀਆਂ ਵਿੱਚ ਨਾ ਵਿਚਰੇ ਹੁੰਦੇ ਤਾਂ ਉਹਨਾਂ ਨੇ ਬੁੱਧ ਨਹੀਂ ਸੀ ਬਣਨਾ। ਜੇ ਈਸਾ ਨੂੰ ਸੂਲੀ ਨਾ ਟੰਗਿਆ ਹੁੰਦਾ ਤਾਂ ਉਹ ਮਸੀਹ ਨਾ ਬਣਦੇ।
ਮਨੁੱਖੀ ਅਨੁਭਵ ਵਿੱਚ ਇੱਕ ਅਜਿਹੀ ਸਥਿਤੀ ਵੀ ਆਉਂਦੀ ਹੈ ਜਦੋਂ ਸਫਲਤਾ ਅਤੇ ਅਸਫਲਤਾ ਦਾ ਭੇਦ ਮਿਟ ਜਾਂਦਾ ਹੈ। ਹਰ ਕਿਸੇ ਦੇ ਜੀਵਨ ਵਿੱਚ ਅਜਿਹੀ ਸਥਿਤੀ ਆਉਂਦੀ ਹੈ। ਜੇ ਤੁਹਾਡੇ ਜੀਵਨ ਵਿੱਚ ਨਹੀਂ ਆਈ ਤਾਂ ਉਡੀਕ ਕਰੋ। ਅਸਫਲਤਾ ਦੀ ਆਪਣੀ ਭਾਸ਼ਾ ਅਤੇ ਵਿਆਕਰਣ ਹੈ, ਜਿਸ ਦੀ ਸਮਝ ਨਾ ਹੋਣ ਕਾਰਨ ਹੀ ਅਸੀਂ ਮੁੜ ਅਸਫਲ ਹੁੰਦੇ ਹਾਂ। ਜੇ ਸਾਨੂੰ ਇਸ ਵਿਆਕਰਣ ਦੀ ਸਮਝ ਪੈ ਜਾਏ ਤਾਂ ਅਸੀਂ ਦੂਜਿਆਂ ਦੀਆਂ ਅਸਫਲਤਾਵਾਂ ਤੋਂ ਵੀ ਸਬਕ ਸਿੱਖਣ ਦੇ ਯੋਗ ਹੋ ਜਾਵਾਂਗੇ। ਜੀਵਨ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਯਤਨ ਕਈ ਧਿਰਾਂ ਕਰਦੀਆਂ ਹਨ, ਪਰ ਸਫਲ ਕੇਵਲ ਇੱਕ ਨੇ ਹੋਣਾ ਹੁੰਦਾ ਹੈ। ਖੇਡਾਂ, ਰਾਜਨੀਤੀ, ਵਪਾਰ, ਕਲਾ ਆਦਿ ਅਜਿਹੇ ਖੇਤਰ ਹਨ ਜਿੱਥੇ ਜੇ ਇੱਕ ਧਿਰ ਅਸਫਲ ਨਾ ਹੋਵੇ ਤਾਂ ਦੂਜੀ ਧਿਰ ਦੀ ਸਫਲਤਾ ਦਾ ਪ੍ਰਸ਼ਨ ਹੀ ਨਹੀਂ ਉਪਜਦਾ। ਇਸ ਲਈ ਤੁਸੀਂ ਜਦੋਂ ਕਿਸੇ ਖੇਤਰ ਵਿੱਚ ਸਫਲ ਹੋਵੋ ਤਾਂ ਇਹ ਨਾ ਭੁੱਲਣਾ ਕਿ ਕਈਆਂ ਦੀ ਅਸਫਲਤਾ ਤੁਹਾਡੀ ਸਫਲਤਾ ਦਾ ਕਾਰਨ ਬਣ ਰਹੀ ਹੈ। ਇਵੇਂ ਹੀ ਜੇ ਤੁਸੀਂ ਅਸਫਲ ਹੋਵੋ ਤਾਂ ਇਹ ਨਾ ਭੁੱਲਣਾ ਕਿ ਤੁਹਾਡੀ ਅਸਫਲਤਾ ਕਿਸੇ ਦੀ ਸਫਲਤਾ ਦਾ ਕਾਰਨ ਬਣ ਰਹੀ ਹੈ। ਇਹ ਲੈਣ ਦੇਣ ਹਰ ਪੱਧਰ 'ਤੇ ਚੱਲਦਾ ਰਹਿੰਦਾ ਹੈ। ਜ਼ਿੰਦਗੀ ਦਾ ਤਜਰਬਾ ਜ਼ਿੰਦਗੀ ਵਿੱਚੋਂ ਹੀ ਪ੍ਰਾਪਤ ਹੋਏਗਾ। ਇਹ ਖੋਇਆ ਜਾਂ ਖਰੀਦਿਆ ਨਹੀਂ ਜਾ ਸਕਦਾ। ਆਪਣੇ ਜੀਵਨ ਦੀਆਂ ਕੁਝ ਅਸਫਲਤਾਵਾਂ ਤੁਹਾਡੇ ਨਾਲ ਮੈਂ ਇਸ ਆਸ ਨਾਲ ਸਾਂਝੀਆਂ ਕਰ ਰਿਹਾ ਤਾਂ ਜੋ ਤੁਸੀਂ ਆਪਣੀਆਂ ਅਸਫਲਤਾਵਾਂ ਦੀ ਅਸਲੀ ਰੰਗ ਪਛਾਣ ਸਕੋ। ਸਕੂਲ ਦੀ ਪੜ੍ਹਾਈ ਮੁਕਾ ਕੇ ਫੀਸ ਨਾ ਹੋਣ ਕਾਰਨ ਮੈਂ ਓਵਰਸੀਅਰੀ ਦਾ ਕੋਰਸ ਨਾ ਕਰ ਸਕਿਆ। ਜਿਸ ਬਜਾਜੀ ਦੀ ਦੁਕਾਨ 'ਤੇ ਮੈਂ ਨੌਕਰੀ ਆਰੰਭ ਕੀਤੀ, ਉੱਥੇ ਮਹੀਨਾ ਮੁੱਕਣ 'ਤੇ ਮਾਲਕ ਨੇ ਮੈਨੂੰ ਤਨਖਾਹ ਦੇਣ ਦੀ ਥਾਂ ਮੇਰੇ ਉੱਤੇ ਚੋਰੀ ਦਾ ਦੋਸ਼ ਲਾ ਕੇ ਮੈਨੂੰ ਕੁਟਾਪਾ ਵੀ ਚਾੜਿਆ। ਮੈਂ ਇਸ ਦੋਹਰੇ ਅਪਮਾਨ ਲਈ ਤਿਆਰ ਨਹੀਂ ਸੀ, ਕਿਉਂਕਿ ਇਹ ਹਾਦਸਾ ਵਾਪਰਿਆ ਸੋ ਮੈਨੂੰ ਪਹਿਲੀ ਵਾਰ ਜੀਵਨ ਵਿੱਚ ਬੇਵਸੀ ਦਾ ਅਹਿਸਾਸ ਹੋਇਆ। ਇਸ ਘਟਨਾ ਨੇ ਮੇਰੇ ਤੋਂ ਮੇਰੇ ਬਚਪਨ ਦੇ ਸਾਰੇ ਅਨੁਭਵ ਖੋਹ ਲਏ ਅਤੇ ਮੈਂ ਬੜਾ ਕਠੋਰ ਚਿੱਤ ਬਣ ਗਿਆ। ਜਿਸ ਕੰਮ ਵਿੱਚ ਕਿਸੇ ਵੀ ਚੋਰੀ ਦੀ ਸੰਭਾਵਨਾ ਹੋ ਸਕਦੀ ਸੀ, ਮੈਂ ਉਸ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਅਤੇ ਕਈ ਵਰ੍ਹੇ ਉਸ ਬਾਜ਼ਾਰ ਵਿੱਚ ਹੀ ਨਾ ਗਿਆ। ਕੁਝ ਅਰਸੇ ਮਗਰੋਂ ਜਦੋਂ ਮੈਂ ਆਪਣੇ ਸ਼ਹਿਰ ਵਿੱਚ ਨਵੇਂ ਬਣ ਰਹੇ ਸਿਨੇਮੇ ਨੂੰ ਵੇਖ ਰਿਹਾ ਸਾਂ ਤਾਂ ਉੱਥੇ ਖਲੋਤੇ ਠੇਕੇਦਾਰ ਨੇ ਪੁੱਛਿਆ, ਇੱਥੇ ਕੀ ਕਰ ਰਿਹਾ? ਮੈਂ ਕਿਹਾ, ਮੈਂ ਕੰਮ ਕਰਨਾ ਚਾਹੁੰਦਾ, ਕੋਈ ਵੀ ਕੰਮ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ, ਪਰ ਕੋਈ ਕਰਨ ਲਈ ਨਹੀਂ ਮਿਲ ਰਿਹਾ। ਉਹ ਮੈਂ ਕਰਨ ਲਈ ਤਿਆਰ ਹਾਂ। ਸ਼ਾਇਦ ਉਹਨੇ ਮਖੌਲ ਨਾਲ ਹੀ ਕਿਹਾ ਸੀ, ਇੱਟਾਂ ਦੀ ਰੋੜੀ ਕੁੱਟਣ ਦਾ ਕੰਮ ਹੈ, ਕਰਨਾ ਹੈ ਤਾਂ ਕਰ ਲੈ। ਉੱਥੇ ਮੈਂ ਰੋੜੀ ਇਸ ਅਹਿਸਾਸ ਨਾਲ ਕੁੱਟਣੀ ਸ਼ੁਰੂ ਕੀਤੀ ਜਿਵੇਂ ਉਹ ਸਿਨੇਮਾ ਮੇਰਾ ਸੀ ਅਤੇ ਮੈਂ ਉਹਦਾ ਮਾਲਕ ਸੀ। ਮੈਂ ਮਾਲਕ ਵਾਂਗ ਰੋੜੀ ਕੁੱਟ ਰਿਹਾ ਸੀ, ਨੌਕਰ ਵਾਂਗ ਨਹੀਂ। ਜਦੋਂ ਸਾਰੇ ਮਜ਼ਦੂਰ ਮਿਸਤਰੀ ਛੁੱਟੀ ਕਰ ਗਏ, ਮੈਂ ਤਾਂ ਵੀ ਰੋੜੀ ਕੁੱਟਦਾ ਰਿਹਾ। ਹਨੇਰਾ ਪੈਣ ਉੱਤੇ ਜਦੋਂ ਠੇਕੇਦਾਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਵੀ ਮੈਂ ਰੋੜੀ ਕੁੱਟ ਰਿਹਾ ਸੀ। ਅਗਲੇ ਹੀ ਦਿਨ ਉਹਨੇ ਮੈਨੂੰ ਬਰਾਬਰ ਦੀ ਕੁਰਸੀ 'ਤੇ ਬਿਠਾ ਕੇ ਗੱਲਬਾਤ ਕੀਤੀ, ਚਾਹ ਪਿਲਾਈ ਅਤੇ ਮੈਨੂੰ ਹੋਰ ਮਜ਼ਦੂਰਾਂ ਦੀ ਨਿਗਰਾਨੀ ਕਰਨ ਦੇ ਕੰਮ 'ਤੇ ਲਾ ਦਿੱਤਾ। ਉਹਨੇ ਮੈਨੂੰ ਓਏ ਤੋਂ ਕਾਕਾ ਜੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ ਹੌਲੀ ਮੈਂ ਉਹਦੇ ਹਰ ਕੰਮ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ। ਪੈਸਿਆਂ ਵੱਲੋਂ ਉਹਨੇ ਮੈਨੂੰ ਸੌਖਾ ਕਰ ਦਿੱਤਾ ਸੀ, ਪਰ ਮੈਂ ਵੀ ਇਹ ਨਿਸ਼ਚਾ ਕੀਤਾ ਹੋਇਆ ਸੀ ਕਿ ਮੈਂ ਨੌਕਰ ਵਾਂਗ ਘੜੀ ਵੇਖ ਕੇ ਕੰਮ ਨਹੀਂ ਕਰਾਂਗਾ, ਸਗੋਂ ਮਾਲਕ ਵਾਂਗ ਕੰਮ ਮੁਕਾ ਕੇ ਘੜੀ ਵੇਖਾਂਗਾ ਅਤੇ ਮਿਲਣ ਵਾਲੀ ਉਜਰਤ ਦੇ ਮੁਕਾਬਲੇ ਵੱਧ ਕੰਮ ਕਰਾਂਗਾ। ਮੈਨੂੰ ਉੱਥੇ ਦਿਨ ਵੇਲੇ ਸੁਪਨੇ ਵੇਖਣ ਦੀ ਆਦਤ ਪੈ ਗਈ ਸੀ, ਪਰ ਅਚਾਨਕ ਜ਼ਿੰਦਗੀ ਨੇ ਕੂਹਣੀ ਮਾਰੀ ਅਤੇ ਠੇਕੇਦਾਰ ਦੀ ਅਚਾਨਕ ਮੌਤ ਨਾਲ ਮੇਰਾ ਉਸਰਿਆ ਸੰਸਾਰ ਉੱਜੜ ਗਿਆ। ਮੇਰੀ ਅਗਲੇਰੀ ਅਸਫਲਤਾ ਇੱਕ ਛਾਪੇਖਾਨੇ 'ਚ ਵਾਪਰੀ। ਜਿੰਨੀ ਤੰਗ ਦ੍ਰਿਸ਼ਟੀ ਅਤੇ ਸ਼ੱਕੀ ਸੁਭਾਅ ਵਾਲੇ ਮੇਰੇ ਮਾਲਕ ਸਨ, ਉਹਨਾਂ ਨੂੰ ਵੇਖ ਕੇ ਮੈਂ ਬਹੁਤ ਉਦਾਸ ਹੋ ਜਾਂਦਾ ਸਾਂ। ਇੱਥੇ ਨਾ ਕੰਮ ਦਾ ਮੁੱਲ ਸੀ ਨਾ ਬੰਦੇ ਦਾ। ਉਹ ਕੰਮ ਕਰਨ ਵਾਲਿਆਂ ਨਾਲ ਹਰ ਪੱਖੋਂ ਬੜਾ ਭੈੜਾ ਸਲੂਕ ਕਰਦੇ ਸਨ। ਠੇਕੇਦਾਰ ਨੇ ਮੇਰੇ ਵਿਹਾਰ 'ਚ ਦਲੇਰੀ ਲਿਆਂਦੀ ਸੀ। ਕੇਵਲ ਮੈਂ ਹੀ ਸਾਂ ਜਿਹੜਾ ਛਾਪੇਖਾਨੇ ਦੇ ਮਾਲਕਾਂ ਦਾ ਉਹਨਾਂ ਦੇ ਸਾਹਮਣੇ ਵਿਰੋਧ ਕਰਦਾ ਸਾਂ। ਮੈਂ ਇੱਕ ਇਮਤਿਹਾਨ ਵਿੱਚ ਬੈਠਣਾ ਸੀ, ਪਰ ਉਹਨਾਂ ਨੇ ਇਮਤਿਹਾਨ ਤੋਂ ਪਹਿਲੇ ਦਿਨ ਮੇਰੇ ਉੱਤੇ ਲੜਾਈ ਕਰਨ ਦਾ ਦੋਸ਼ ਲਾ ਕੇ ਥਾਣੇ ਬੰਦ ਕਰਵਾ ਦਿੱਤਾ। ਮੇਰੇ ਮਾਪੇ ਆਪ ਉੱਜੜ ਕੇ ਆਏ ਸਨ। ਉਹਨਾਂ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਦਖਲ ਦੇ ਸਕਦੇ। ਮੇਰੇ ਤੋਂ ਕੁਝ ਸਾਲ ਵੱਡਾ ਮੇਰਾ ਭਰਾ ਵੀ ਅਜਿਹੇ ਹੀ ਤਜਰਬਿਆਂ 'ਚੋਂ ਲੰਘ ਰਿਹਾ ਸੀ। ਉਹ ਆਪ ਤਿਲਕ ਕੇ ਸੰਭਲ ਰਿਹਾ ਸੀ। ਉਸ ਵਿੱਚ ਮੇਰੀ ਧਰਵਾਸ ਬਣਨ ਦੀ ਸਮਰੱਥਾ ਨਹੀਂ ਸੀ। ਸਗੋਂ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਆਪ ਇੱਕ ਹਰਨਾਕਸ਼ ਨਾਲ ਇਕੱਲਿਆਂ ਹੀ ਜੂਝ ਰਿਹਾ ਸੀ।
ਮੈਨੂੰ ਇਕੱਲਿਆਂ ਲੜਨ ਦਾ ਹੁਨਰ ਉਸੇ ਨੇ ਸਿਖਾਇਆ ਸੀ। ਕਈ ਅਸਫਲਤਾਵਾਂ ਤੋਂ ਬਾਅਦ ਮੇਰੀ ਅਗਲੇਰੀ ਵੱਡੀ ਅਸਫਲਤਾ ਪਿਆਰ ਦੇ ਖੇਤਰ ਵਿੱਚ ਹੋਈ। ਜਿਸ ਨਾਲ ਮੈਨੂੰ ਪਿਆਰ ਹੋਇਆ ਉਹਨੇ ਮੈਨੂੰ ਪਿਆਰ ਘੱਟ ਕੀਤਾ, ਪਰ ਉਡੀਕ ਵਧੇਰੇ ਕਰਵਾਈ। ਉਹਦੀ ਨਜ਼ਰ ਦੀ ਮਾਰ ਥੱਲੇ ਆਉਣ ਮਗਰੋਂ ਮੈਂ ਆਪਣੀ ਦੁਨੀਆ ਵਿੱਚੋਂ ਉਸ ਤੋਂ ਇਲਾਵਾ ਹਰ ਕਿਸੇ ਨੂੰ ਬਾਹਰ ਕੱਢ ਦਿੱਤਾ ਸੀ। ਮੇਰੇ ਕਲਪਨਾ ਸੰਸਾਰ ਵਿੱਚ ਉਹ ਆਰ ਪਾਰ ਫੈਲੀ ਹੋਈ ਸੀ। ਚੜ੍ਹਦੇ ਸੂਰਜ ਵਰਗਾ ਉਹਦਾ ਰੰਗ ਸੀ। ਉਹਦੇ ਖਿਆਲ ਨਾਲ ਹੀ ਮੇਰੇ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਦਲੇਰੀ ਆ ਜਾਂਦੀ ਅਤੇ ਆਪਣੇ ਆਪ ਤੋਂ ਹੀ ਖੁਸ਼ਬੂ ਆਉਣ ਲੱਗ ਪੈਂਦੀ। ਉਹ ਇੰਨੀ ਸੋਹਣੀ ਸੀ ਕਿ ਉਹਨੂੰ ਵੇਖ ਕੇ ਮੱਲੋ ਮੱਲੀ ਰੱਬ ਦਾ ਧੰਨਵਾਦ ਕਰਨ ਨੂੰ ਮਨ ਕਰ ਆਉਂਦਾ ਸੀ। ਉਸ ਵੇਲੇ ਮੈਂ ਸਮਝਦਾ ਸਾਂ ਕਿ ਦੁਨੀਆ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਇੱਕ ਹਿੱਸਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਉਹਨੂੰ ਵੇਖਿਆ ਸੀ, ਅਤੇ ਦੂਜਾ ਹਿੱਸਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਦੀ ਕਿਸਮਤ ਇੰਨੀ ਚੰਗੀ ਨਹੀਂ ਸੀ ਕਿ ਉਹ ਉਹਨੂੰ ਵੇਖ ਲੈਂਦੇ। ਉਹ ਬੈਠੀ ਵੀ ਨੱਚਦੀ ਪ੍ਰਤੀਤ ਹੁੰਦੀ ਸੀ। ਉਹਦੀ ਨਜ਼ਰ ਵਿੱਚ ਜਿਉਂਦੇ ਨੂੰ ਮੋਇਆਂ ਅਤੇ ਮੋਏ ਨੂੰ ਜਿਉਂਦਾ ਕਰਨ ਦੀ ਤਾਕਤ ਸੀ। ਉਹਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਵਾਸਤੇ ਮੈਂ ਦੌੜ ਲਾ ਕੇ ਅਨੇਕਾਂ ਇਮਤਿਹਾਨ ਪਾਸ ਕੀਤੇ। ਜਿਵੇਂ ਹਰ ਪਿਆਰ ਵਿੱਚ ਹੁੰਦਾ ਹੈ, ਕੁਝ ਅਰਸੇ ਮਗਰੋਂ ਕੋਈ ਤੀਜੀ ਧਿਰ ਉਪਜ ਪੈਂਦੀ ਹੈ। ਉਸ ਦੀਆਂ ਵੀ ਜ਼ਰੂਰ ਕੋਈ ਮਜਬੂਰੀਆਂ ਹੋਣਗੀਆਂ। ਤੀਜੀ ਧਿਰ ਕੋਲ ਨੋਟ ਹੀ ਨੋਟ ਸਨ, ਮੇਰੇ ਕੋਲ ਭਾਨ ਹੀ ਭਾਨ ਸੀ। ਸ਼ਾਇਦ ਉਹਦੇ ਮੁਕਾਬਲੇ ਮੇਰਾ ਬਰ ਛੋਟਾ ਸੀ। ਉਹ ਮੇਰੀਆਂ ਅੱਖਾਂ ਸਾਹਮਣੇ ਕਿਸੇ ਹੋਰ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਪਿੱਛੇ ਮੁੜ ਕੇ ਵੇਖਦੀ ਰਹੀ, ਪਰ ਚਲੀ ਗਈ। ਉਸਦੇ ਜਾਣ ਨਾਲ ਮੇਰੇ ਦੋਵੇਂ ਜਹਾਨ ਉਦਾਸੇ ਗਏ। ਉਸਨੇ ਮੈਨੂੰ ਖੱਤ ਲਿਖਣੇ ਸਿਖਾਏ ਸਨ। ਉਸਨੇ ਮੈਨੂੰ ਸੁੰਦਰਤਾ ਦੀ ਪਛਾਣ ਕਰਵਾਈ ਸੀ। ਉਸਨੇ ਮੈਨੂੰ ਜ਼ਿੰਦਗੀ ਦੀਆਂ ਉੱਚੀਆਂ ਅਤੇ ਸੁੱਚੀਆਂ ਕਦਰਾਂ ਕੀਮਤਾਂ ਦੇ ਸਨਮੁਖ ਕੀਤਾ ਸੀ। ਉਸਨੇ ਮੈਨੂੰ ਕਲਮ ਫੜਨ ਦੀ ਜਾਚ ਦੱਸੀ ਸੀ। ਉਸਦੇ ਜਾਣ ਉਪਰੰਤ ਮੈਂ ਫਿਲਾਸਫੀ ਦੇ ਡੂੰਘੇ ਪਾਣੀਆਂ 'ਚ ਉਤਰਿਆ। ਇੱਕ ਅਸਫਲਤਾ ਮੈਂ ਆਪ ਸਹੇੜੀ। ਇੱਕ ਵਾਰੀ ਮੈਨੂੰ ਅਜਿਹੀ ਨੌਕਰੀ ਮਿਲੀ ਜਿਸ ਵਿੱਚ ਕੰਮ ਕੋਈ ਨਹੀਂ ਸੀ। ਵਿਹਲੇ ਰਹਿਣ ਤੋਂ ਮੈਂ ਇੰਨਾ ਤੰਗ ਆ ਗਿਆ ਕਿ ਮੈਂ ਅਸਤੀਫਾ ਦੇ ਦਿੱਤਾ। ਮੇਰੇ ਮਿੱਤਰ ਮੇਰੇ ਇਸ ਫੈਸਲੇ ਦੀ ਨਿਖੇਧੀ ਕਰਦੇ ਰਹੇ। ਮੈਂ ਜਾਣਦਾ ਸਾਂ ਕਿ ਜਿਹੜਾ ਫਲ ਮਿਹਨਤ ਤੋਂ ਬਿਨਾਂ ਪ੍ਰਾਪਤ ਹੁੰਦਾ ਹੈ ਉਹ ਸੁੱਖ ਨਹੀਂ ਦੇਵੇਗਾ, ਉਹ ਹਜ਼ਮ ਨਹੀਂ ਹੁੰਦਾ। ਕਦੇ ਕਦੇ ਕਿਨਾਰੇ 'ਤੇ ਲੱਗਿਆ ਜਹਾਜ਼ ਵੀ ਡੁੱਬ ਜਾਂਦਾ ਹੈ। ਮੇਰੇ ਨਾਲ ਅਨੇਕਾਂ ਵਾਰ ਇਵੇਂ ਵਾਪਰਿਆ ਹੈ, ਪਰ ਹਰ ਹਾਦਸਾ ਮੈਨੂੰ ਕਿਸੇ ਨਾ ਕਿਸੇ ਪੱਖੋਂ ਅਮੀਰ ਕਰਦਾ ਰਿਹਾ ਹੈ। ਮੈਂ ਅੰਤਾਂ ਦੀ ਥਕਾਵਟ ਖਿੜੇ ਮੱਥੇ ਬਰਦਾਸ਼ਤ ਕਰ ਸਕਦਾ। ਹਰ ਅਸਫਲਤਾ ਮਨੁੱਖ ਨੂੰ ਅੱਗੇ ਧਕੇਲਦੀ ਹੈ। ਧੱਕੇ ਖਾਣ ਦੀ ਜਾਚ ਆਉਣੀ ਚਾਹੀਦੀ ਹੈ। ਧਿਆਨ ਨਾਲ ਵੇਖਿਆ ਜਾਏ ਤਾਂ ਹਰ ਧੱਕੇ ਨਾਲ ਅਸੀਂ ਜਾਂਦੇ ਅੱਗੇ ਹੀ ਹਾਂ। ਹਰ ਕਿਸੇ ਨਾਲ ਅਨੇਕਾਂ ਘਟਨਾਵਾਂ, ਦੁਰਘਟਨਾਵਾਂ ਆਦਿ ਵਾਪਰੀਆਂ ਹੋਣਗੀਆਂ ਅਤੇ ਵਾਪਰ ਰਹੀਆਂ ਹੋਣਗੀਆਂ, ਪਰ ਕਿਸਾਨਾਂ ਨਾਲ ਅਜਿਹੀਆਂ ਘਟਨਾਵਾਂ ਕੁਝ ਵਧੇਰੇ ਹੀ ਵਾਪਰਦੀਆਂ ਹਨ। ਇਸੇ ਲਈ ਉਹ ਅੜੀਅਲ ਅਤੇ ਜ਼ਿੱਦੀ ਹੋ ਜਾਂਦੇ ਹਨ। ਇਹ ਪੈਂਤੜੇ ਅਗਲੇਰੀਆਂ ਅਸਫਲਤਾਵਾਂ ਨੂੰ ਬਰਦਾਸ਼ਤ ਕਰਨ ਲਈ ਢਾਲਾਂ ਹਨ। ਅਨੇਕਾਂ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਚੜ੍ਹਾਅ ਨਹੀਂ ਆਉਂਦਾ, ਕੇਵਲ ਉਤਰਾਅ ਹੀ ਉਤਰਾਅ ਆਉਂਦੇ ਹਨ। ਜ਼ਿੰਦਗੀ ਦਾ ਸਭ ਤੋਂ ਡੂੰਘਾ ਅਨੁਭਵ ਉਦੋਂ ਹੁੰਦਾ ਹੈ ਜਦੋਂ ਸੰਸਾਰ ਹਰ ਚੀਜ਼ ਨੂੰ ਪੈਸੇ ਨਾਲ ਮਾਪਦਾ ਹੋਵੇ ਅਤੇ ਤੁਹਾਡੀ ਜੇਬ ਵਿੱਚ ਇੱਕ ਧੇਲਾ ਵੀ ਨਾ ਹੋਵੇ। ਇਸ ਅਵਸਥਾ ਵਿੱਚੋਂ ਜਿਹੜੇ ਗੁਜ਼ਰੇ ਹਨ ਉਹ ਹਰ ਅਵਸਥਾ ਵਿੱਚੋਂ ਗੁਜ਼ਰ ਸਕਦੇ ਹਨ। ਜਿਸ ਵਿਅਕਤੀ ਵਿੱਚ ਟੁਰਨ ਦੀ ਆਦਤ ਹੈ, ਲੰਮੇ ਫਾਸਲੇ ਟੁਰਨ ਦੀ ਆਦਤ ਅਤੇ ਸਮਰੱਥਾ ਹੈ, ਉਸਨੂੰ ਹਰਾਇਆ ਨਹੀਂ ਜਾ ਸਕਦਾ। ਉਸ ਵਿੱਚ ਭੈੜੇ ਕੰਮਾਂ ਤੋਂ ਬਚਣ ਦੀ ਦਲੇਰੀ ਹੋਏਗੀ। ਉਹ ਅਸੂਲ ਵਾਲਾ ਸਹਿਨਸ਼ੀਲ ਵਿਅਕਤੀ ਹੋਏਗਾ ਅਤੇ ਉਸ ਵਿੱਚ ਦੂਜਿਆਂ ਦੀਆਂ ਘਾਟਾਂ ਨੂੰ ਅਣਡਿੱਠ ਕਰਨ ਦੀ ਸਹਿਜ ਅਮੀਰੀ ਹੋਏਗੀ ਅਤੇ ਆਪਣੀ ਹਾਰ ਉੱਤੇ ਸਬਰ ਕਰਨ ਦਾ ਹੌਸਲਾ ਹੋਏਗਾ। ਨਿਰਸੰਦੇਹ ਹਰ ਮਨੁੱਖ ਆਪਣੇ ਅਨੁਭਵ ਨੂੰ ਆਖਰੀ ਸੱਚ ਸਮਝਣ ਦਾ ਭਰਮ ਪਾਲਦਾ ਹੈ ਅਤੇ ਆਪਣੇ ਅਨੁਭਵ ਦੀਆਂ ਨੀਹਾਂ ਉੱਤੇ ਕੁਝ ਅਸੂਲਾਂ ਦੀ ਉਸਾਰੀ ਕਰਦਾ ਹੈ। ਮੈਂ ਵੇਖਿਆ ਕਿ ਜੇ ਕਿਸੇ ਵਿੱਚ ਮਿਲਣ ਵਾਲੇ ਪੈਸਿਆਂ ਨਾਲੋਂ ਵੱਧ ਕੰਮ ਕਰਨ ਦੀ ਦਲੇਰੀ ਹੈ ਤਾਂ ਉਹਨੂੰ ਸਫਲਤਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਸਾਡੇ ਸਮਾਜ ਨੂੰ ਹਰ ਸਫਲਤਾ ਪੈਸੇ ਨਾਲ ਮਾਪਣ ਦੀ ਆਦਤ ਹੈ। ਸੋ ਹਰ ਕਿਸੇ ਨੂੰ ਕੁਝ ਨਾ ਕੁਝ ਅਜਿਹਾ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਦੀ ਮਾਇਕ ਕੀਮਤ ਹੋਵੇ, ਤਾਂ ਕਿ ਸਮਾਂ ਆਉਣ ਉੱਤੇ ਉਹ ਵਿਅਕਤੀ ਆਪਣੇ ਰੁਜ਼ਗਾਰ ਦਾ ਆਪ ਨਿਰਣਾ ਕਰ ਸਕੇ। ਤੁਸੀਂ ਕੁਝ ਵੀ ਹੋਵੋ, ਕਿਸੇ ਵੀ ਸਥਿਤੀ ਵਿੱਚ ਹੋਵੋ, ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਵਿੱਚ ਸੁਧਾਰ ਲਿਆਉਣ ਦੀਆਂ, ਉਹਨੂੰ ਚੰਗੇਰਾ ਕਰਨ ਦੀਆਂ ਸੰਭਾਵਨਾਵਾਂ ਹਮੇਸ਼ਾ ਹੋਣਗੀਆਂ। ਇਹਨਾਂ ਸੰਭਾਵਨਾਵਾਂ ਨੂੰ ਪਛਾਣ ਕੇ ਹੀ ਅਸੀਂ ਟੋਟਿਆਂ ਵਿੱਚੋਂ ਸੰਪੂਰਨ ਹੋ ਕੇ ਉਭਰਾਂਗੇ।
ਇਹਨਾਂ ਸੰਭਾਵਨਾਵਾਂ ਦੀ ਸ਼ਕਤੀ ਨਾਲ ਹੀ ਅਸੀਂ ਗਰੀਬੀ ਤੋਂ ਪਾਰ ਜਾ ਸਕਾਂਗੇ। ਚਿੜ ਜਾਣਾ ਹੀ ਕਈ ਲੋਕਾਂ ਦੀ ਯੋਗਤਾ ਬਣਦੀ ਜਾ ਰਹੀ ਹੈ। ਅਜਿਹੇ ਵਿਅਕਤੀ ਕਿਸੇ ਲਈ ਵੀ ਉਦਾਹਰਣ ਨਹੀਂ ਬਣ ਸਕਦੇ। ਕਈ ਕੇਵਲ ਆਪਣੇ ਦੁੱਖਾਂ ਦੀਆਂ ਹੀ ਗੱਲਾਂ ਕਰਦੇ ਹਨ। ਨਿਰੋਲ ਦੁੱਖ ਨਾਲ ਕੁਝ ਸਿਰਜਿਆ ਨਹੀਂ ਜਾ ਸਕਦਾ। ਅਜੋਕਾ ਯੁੱਗ ਇਸ ਪੱਖੋਂ ਅਜੀਬ ਹੈ ਕਿ ਸਾਡੇ ਸਾਰੇ ਵਿਸ਼ਵਾਸ ਝੂਠੇ ਸਾਬਤ ਹੋ ਰਹੇ ਹਨ। ਨਿਰਸੰਦੇਹ ਆਪਸੀ ਸਬੰਧਾਂ ਵਿੱਚ ਅਸਫਲਤਾ ਦਾ ਵਾਤਾਵਰਣ ਪਸਰ ਰਿਹਾ ਹੈ ਤੇ ਤਲਾਕ ਵੱਧ ਰਹੇ ਹਨ। ਕਿਸੇ ਥਾਂ ਦਾਖਲਾ ਨਾ ਮਿਲਣਾ ਕਿਸੇ ਯੁਵਕ ਲਈ ਅਜਿਹਾ ਪਹਿਲਾ ਧੱਕਾ ਹੈ ਜਿਸ ਲਈ ਉਹ ਤਿਆਰ ਨਹੀਂ ਹੁੰਦਾ। ਕੰਡਿਆਂ ਨੂੰ ਸਹਿੰਦਿਆਂ ਸਹਿੰਦਿਆਂ ਕਈਆਂ ਦਾ ਫੁੱਲਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਬੱਚੇ ਆਪਣੀਆਂ ਕਈ ਅਸਫਲਤਾਵਾਂ ਦਾ ਦੋਸ਼ ਮਾਪਿਆਂ ਨੂੰ ਦਿੰਦੇ ਹਨ। ਇਹ ਹਰ ਪੀੜ੍ਹੀ ਨਾਲ ਵਾਪਰਦਾ ਹੈ। ਅਸੀਂ ਸਾਰੀ ਜ਼ਿੰਦਗੀ ਦੀ ਗੱਡੀ ਦੇ ਯਾਤਰੂ ਹਾਂ। ਸਾਰਿਆਂ ਨੇ ਵੱਖਰੇ ਵੱਖਰੇ ਸਟੇਸ਼ਨਾਂ 'ਤੇ ਉਤਰਨਾ ਹੈ। ਅਸੀਂ ਆਪਣੀਆਂ ਸਫਲਤਾਵਾਂ ਦੇ ਸੰਦਰਭ ਵਿੱਚ ਹੀ ਵਿਚਰਨਾ ਹੈ। ਕੋਈ ਵੀ ਰਾਹ ਖਤਰੇ ਤੋਂ ਖਾਲੀ ਨਹੀਂ ਹੁੰਦਾ। ਕੋਈ ਵੀ ਖੇਤਰ ਜਾਂ ਵਿਅਕਤੀ ਅਸਫਲਤਾਵਾਂ ਤੋਂ ਮੁਕਤ ਨਹੀਂ ਹੁੰਦਾ। ਜੇ ਕੋਈ ਮੇਰੇ ਤੋਂ ਪੁੱਛੇ ਤਾਂ ਇਹੀ ਕਹਾਂਗਾ, ਮੈਂ ਹਰ ਖੇਡ ਵਿੱਚ ਅਸਫਲ ਹੋਇਆ, ਪਰ ਮੈਨੂੰ ਫਿਰ ਵੀ ਖੇਡਣ ਦਾ ਸ਼ੌਕ ਹੈ ਤੇ ਚਾਹ ਹੈ। ਮੇਰੀ ਦਿਲਚਸਪੀ ਸਫਲ ਅਸਫਲ ਹੋਣ ਵਿੱਚ ਨਹੀਂ, ਸਗੋਂ ਖੇਡਣ ਵਿੱਚ ਹੈ। ਧੰਨਵਾਦ।